बसता गोचर पाई, घट दीपक रहा समाई। कहे कबीर अब जानिया, जब जान्या तो मन मानिया। मन मानै लोग न पतीजै, न पतीजै तो क्या कीजै। कहे कबीर अब जानिया, जब जान्या तो मन मानिया। मन मानै लोग न पतीजै, न पतीजै तो क्या कीजै। परम सन्मानयोग गुरु की साजी नवाजी, समूह नगर निवासी साध संगत जीओ। आप सब संगतां बड़े ही वडभागे हो, भागां वाले हो जो अमृत वेले गुरु घर विखे पहुँच के जुगो जुग अटल चवर तख्त छत्र दे मालक धन धन श्री गुरु ग्रंथ साहिब जी महाराज जी की पावन पवित्र हजूरी दे विच बैठ के सतगुरु पातशाह जी की पावन पवित्र गुरबाणी सरवण कर रहे हो। सेवा सिमरन करके आपो अपने मनुखा जन्म नूं सफला कर रहे हो। आप सारिया संगतां धनता दे योग हो, बड़े बड़े भागां वाले हो। आओ सारिया संगतां रल मिल के आपो अपनी रसना नूं करिए पवित्र। जिथों तक भी स्पीकर की आवाज़ जाती है, आओ सारिया संगतां आपो अपनिया लवाओ हाजरियां सतगुरु पातशाह जी की बख्शिश की हुई फतेह की सांझ पा के सारिया संगतां दोने हाथ जोड़ के गज के बुलाओ, वाहिगुरू जी का खालसा वाहिगुरू जी की फतेह। गुरु प्यारे गुरु सवारे साध संगत जीओ, आओ हुण आपां कुछ समय वास्ते जो अज दा पावन साहिब सतगुरु पातशाह जी का पावन फरमान प्राप्त होया है, अज दे पावन हुक्मनामे की जो विचार है उस पावन विचार दे नाल जुड़न दे यतन करिए। सतगुरु पातशाह जी किरपा करना। आओ सारिया संगतां आपो अपनिया सुरतियां बिरतियां नूं करो एकागर ते पातशाह जी के पावन हुक्मनामे दे विचार सरवण करो जी। सो गुरु प्यारे गुरु सवारे साध संगत जीओ, अज दे जो पावन हुक्मनामे सानू सारिया संगतां नूं प्राप्त होया है, ये पावन बाणी सोरठ राग दे विच जो कबीर भगत जी की पावन बाणी है, राग सोरठ बाणी कबीर जी की, उस दे विचों ये पावन शब्द हुक्मनामे के रूप दे विच अज सानू प्राप्त होया है। शब्द की पंक्तियां आप सारिया संगतां ने सरवण कीतियां है। क्या पढ़िए क्या सुनिए, क्या वेद पुराना, क्या पढ़िए क्या गुणिए, क्या वेद पुराना सुनिए। पढ़े सुने क्या होई, जो सहज न मिलियो सोई। हर का नाम न जपस गवारा, क्या सोचै बारंबार रहा।
ਇਸ ਪਾਵਨ ਸ਼ਬਦ ਦੀ ਜੋ ਵਿਚਾਰ ਹੈ, ਆਪਾਂ ਰਹਾਉ ਦੀਆਂ ਪੰਕਤੀਆਂ ਤੋਂ ਆਰੰਭ ਕਰਾਂਗੇ। ਇਹ ਜੋ ਪਾਵਨ ਸ਼ਬਦ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 655 ਦੇ ਉੱਤੇ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਦੇ ਸਰਲੇਖ ਹੇਠ ਭਗਤ ਕਬੀਰ ਜੀ ਦੀ ਬਾਣੀ ਦੇ ਅੰਦਰ ਦਰਜ ਹੈ। ਕਬੀਰ ਜੀ ਮਹਾਰਾਜ ਉਹਨਾਂ ਦਾ ਉਚਾਰਨ ਹੋਇਆ ਇਹ ਪਾਵਨ ਸ਼ਬਦ ਹੈ। ਭਗਤ ਸਾਹਿਬਾਨ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਹਿੰਦੇ ਹਨ, ਹਰਿ ਕਾ ਨਾਮ ਨਾ ਜਪਿ ਗਵਾਰਾ, ਕਿਆ ਸੋਚੈ ਬਾਰੰਬਾਰਾ। ਰਹਾਉ ਕਿ ਹੇ ਮੂਰਖ, ਤੂੰ ਪਰਮਾਤਮਾ ਦਾ ਨਾਮ ਤਾਂ ਸਿਮਰਦਾ ਨਹੀਂ, ਨਾਮ ਨੂੰ ਵਿਸਾਰ ਕੇ ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀ ਲਾਭ ਹੋਵੇਗਾ ਜੀ। ਰਹਾਉ ਯਾਨੀ ਕਿ ਭਗਤ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਇਸ ਗੱਲ ਨੂੰ ਸਮਝਾ ਰਹੇ ਹਨ ਜੋ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਜੀ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ। ਕਿਉਂਕਿ ਜੋ ਰਹਾਉ ਦੀਆਂ ਪੰਕਤੀਆਂ ਉਹ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਯਾਨੀ ਕਿ ਸਾਰੀ ਵਿਚਾਰ ਜੋ ਰਹਾਉ ਦੀਆਂ ਪੰਕਤੀਆਂ ਉਸ ਦੇ ਆਲੇ ਦੁਆਲੇ ਹੀ ਸ਼ਬਦ ਦੀ ਹੁੰਦੀ ਹੈ। ਤੇ ਆਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਭਗਤ ਜੀ ਮਹਾਰਾਜ ਕਹਿੰਦੇ ਹਨ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਕਿਆ ਪੜੀਐ ਕਿਆ ਗੁਣੀਐ, ਕਿਆ ਤੋਂ ਇੱਥੇ ਭਾਵ ਹੈ ਕੀ ਲਾਭ, ਗੁਣੀਐ ਭਾਵ ਕੇ ਵਿਚਾਰੀਏ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਕਿਆ ਹੋਈ ਤੋਂ ਭਾਵ ਕੋਈ ਲਾਭ ਨਹੀਂ ਹੋਵੇਗਾ, ਜੋ ਸਹਿਜ ਨ ਮਿਲਿਓ ਸੋਈ। ਸੋਈ ਤੋਂ ਭਾਵ ਉਹ ਪ੍ਰਭੂ ਪਰਮਾਤਮਾ ਜਿਸ ਦੀ ਖੋਜ ਵਾਸਤੇ, ਜਿਸ ਨੂੰ ਮਿਲਣ ਵਾਸਤੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਕਿ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਜਨਮ ਜਿਸ ਮਨੋਰਥ ਵਾਸਤੇ ਸਾਨੂੰ ਪ੍ਰਾਪਤ ਹੋਇਆ ਹੈ। ਤੇ ਭਗਤ ਜੀ ਮਹਾਰਾਜ ਕਹਿ ਰਹੇ ਹਨ ਕਿ ਹੇ ਗੰਵਾਰ, ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਨਿਰੇ ਪੜ੍ਹਨ ਸੁਣਨ ਤੇ ਕੋਈ ਫਾਇਦਾ ਨਹੀਂ ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾ ਹੋਵੇ ਜੀ। ਤੇ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ, ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਇਹ ਵੀ ਫਰਮਾਨ ਕੀਤਾ ਹੈ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗਿਆ ਨ ਲਾਲਚ, ਬਿਰਥਾ ਜਨਮ ਪ੍ਰਾਣੀ। ਜਗਤ ਦੇ ਵਿੱਚ ਜੀਵ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ ਤੇ ਇਹੀ ਹੈ ਇਸ ਦਾ ਅਸਲ ਜਨਮ ਦਾ ਮਨੋਰਥ। ਮਨੁੱਖੇ ਜਨਮ ਦਾ ਇਹੀ ਇੱਕ ਮਨੋਰਥ ਹੈ। ਪਾਤਸ਼ਾਹ ਗੁਰਬਾਣੀ ਦੇ ਵਿੱਚ ਸਮਝਾਉਂਦੇ ਹਨ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਕਿ ਨਾਮ ਵਿਸਾਰ ਲੱਗਿਆ ਨ ਲਾਲਚ, ਬਿਰਥਾ ਜਨਮ ਪ੍ਰਾਣੀ।
ਪਾਤਸ਼ਾਹ ਕਹਿੰਦੇ ਕਿ ਪਰ ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਲਾਲਚ ਵਿੱਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਜਾਂਦਾ ਹੈ। ਤੇ ਭਗਤ ਕਬੀਰ ਜੀ ਮਹਾਰਾਜ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਇਹ ਸਵਾਲ ਖੜਾ ਕਰ ਰਹੇ ਹਨ ਕਿ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਭਗਤ ਜੀ ਮਹਾਰਾਜ ਕਹਿੰਦੇ ਕਿ ਪੜ੍ਹਨ ਦਾ ਸੁਣਨ ਦਾ ਤਾਂ ਹੀ ਲਾਭ ਹੈ ਜੇ ਇਸ ਪੜ੍ਹਨ ਸੁਣਨ ਤੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮੇਲ ਮਿਲਾਪ ਹੋ ਜਾਵੇ। ਤੇ ਜੇ ਪ੍ਰਭੂ ਦਾ ਮਿਲਾਪ ਨਾ ਹੋਵੇ ਤਾਂ ਇਹ ਧਾਰਮਿਕ ਪੁਸਤਕਾਂ ਨਿਰੇ ਪੜ੍ਹਨ ਸੁਣਨ ਦਾ ਕੋਈ ਫਾਇਦਾ ਨਹੀਂ। ਵੇਦ ਪੁਰਾਣ ਆਦਿਕ ਕਿਸੇ ਵੀ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦਾ ਮਨੁੱਖ ਨੂੰ ਕੁਦਰਤੀ ਤੌਰ ਤੇ ਕੋਈ ਲਾਭ ਨਹੀਂ ਹੋ ਸਕਦਾ ਜੇ ਅਸੀਂ ਉਹਨਾਂ ਗ੍ਰੰਥਾਂ ਦੇ ਵਿੱਚ, ਉਹਨਾਂ ਧਾਰਮਿਕ ਪੁਸਤਕਾਂ ਦੇ ਵਿੱਚ ਦੱਸੇ ਹੋਏ ਦਰਸਾਏ ਹੋਏ ਰਸਤੇ ਦੇ ਉੱਤੇ ਚੱਲਣਾ ਨਹੀਂ। ਸਤਿਗੁਰੂ ਪਾਤਸ਼ਾਹ ਅਗਲੀਆਂ ਪਾਵਨ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ, ਜੋ ਰਹਾਉ ਦੀਆਂ ਪੰਕਤੀਆਂ ਤੋਂ ਬਾਅਦ ਅਗਲੀ ਤੁਕ ਦੇ ਵਿੱਚ ਹਨ। ਅੰਧਿਆਰ ਦੀਪਕ ਚਹੀਐ, ਇੱਕ ਬਸਤਾ ਗੋਚਰ ਲਹੀਐ, ਬਸਤਾ ਗੋਚਰ ਪਾਈ, ਘਟ ਦੀਪਕ ਰਹਾ ਸਮਾਈ। ਭਗਤ ਜੀ ਮਹਾਰਾਜ ਕਿਰਪਾ ਕਰ ਰਹੇ ਹਨ, ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਅੰਧਿਆਰੇ ਦੀਪਕ ਚਹੀਐ, ਇੱਕ ਬਸਤਾ ਗੋਚਰ ਲਈਐ, ਜਿਸ ਤਰ੍ਹਾਂ ਹਨੇਰੇ ਵਿੱਚ ਤਾਂ ਦੀਵੇ ਦੀ ਲੋੜ ਹੁੰਦੀ ਹੈ ਤਾਂ ਕਿ ਅੰਦਰੋਂ ਉਹ ਹਰ ਨਾਮ ਪਦਾਰਥ ਮਿਲ ਪਏ, ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਾਗਣਾ ਚਾਹੀਦਾ ਹੈ, ਜਿਸ ਨਾਲ ਅੰਦਰ ਵਸਦਾ ਰੱਬ ਲੱਭ ਪਏ। ਤੇ ਜਿਸ ਮਨੁੱਖ ਨੂੰ ਇਹ ਪਹੁੰਚ ਹਰ ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ। ਤੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਇੱਥੇ ਇੱਕ ਵਿਚਾਰ ਬਣਦੀ ਹੈ ਕਿ ਜਿਸ ਤਰ੍ਹਾਂ ਆਪਾਂ ਹਰ ਰੋਜ਼ ਬਾਹਰੀ ਤੌਰ ਤੇ ਆਪਣੇ ਘਰਾਂ ਦੇ ਵਿੱਚ ਗੁਰੂ ਘਰ ਵੀ ਆ ਕੇ ਜੋਤ ਜਗਾਉਂਦੇ ਹਾਂ, ਇਸ ਕਰਕੇ ਸਾਨੂੰ ਗੁਰੂ ਦੇ ਗਿਆਨ ਰੂਪੀ ਜੋਤ ਨੂੰ ਵੀ ਜਗਾਉਣਾ ਚਾਹੀਦਾ ਹੈ। ਜੋ ਸਾਨੂੰ ਗੁਰੂ ਹਰ ਰੋਜ਼ ਹਰ ਸਮੇਂ ਸਮਝਾਉਂਦਾ ਹੈ, ਉਸ ਗਿਆਨ ਤੋਂ ਸਾਨੂੰ ਚਾਨਣ ਲੈ ਕੇ ਉਸ ਪਰਮਾਤਮਾ ਨੂੰ ਲੱਭਣਾ ਚਾਹੀਦਾ ਆਪਣੇ ਹਿਰਦੇ ਘਰ ਦੇ ਵਿੱਚੋਂ। ਜੋਤ ਜਗਾਉਣ ਦਾ ਮਤਲਬ ਇੱਕੋ ਹੀ ਹੈ ਕਿ ਜਿਸ ਤਰ੍ਹਾਂ ਆਪਾਂ ਜਿਵੇਂ ਭਗਤ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ ਅੰਧਿਆਰੇ ਦੀਪਕ ਚਹੀਐ, ਹਨੇਰੇ ਦੇ ਵਿੱਚ ਜਿਵੇਂ ਦੀਵੇ ਦੀ ਲੋੜ ਹੁੰਦੀ ਹੈ, ਦੀਵਾ ਜਗ ਪਵੇ ਤਾਂ ਉੱਥੇ ਜੋ ਵੀ ਚੀਜ਼ ਪਈ ਹੈ ਉਹ ਸਾਨੂੰ ਸਾਰੀ ਦਿਖਾਈ ਦਿੰਦੀ ਹੈ। ਅੰਧੇਰੇ ਦੇ ਵਿੱਚ ਚਾਹੇ ਕੁਝ ਵੀ ਸਾਡੇ ਕੋਲ ਪਿਆ ਹੋਵੇ, ਅੰਧੇਰਾ ਹੋਣ ਕਰਕੇ ਸਾਨੂੰ ਕੁਝ ਨਹੀਂ ਦਿਖਾਈ ਦਿੰਦਾ ਉੱਥੇ। ਇਸ ਕਰਕੇ ਸਾਨੂੰ ਆਪਣੇ ਹਿਰਦੇ ਘਰ ਦੇ ਵਿੱਚ ਵੀ ਗਿਆਨ ਰੂਪੀ ਜੋਤ ਜਗਾਉਣੀ ਚਾਹੀਦੀ ਹੈ। ਤੋ ਗਿਆਨ ਰੂਪੀ ਜੋਤ ਕਿਸ ਤਰ੍ਹਾਂ ਜਗੇਗੀ,
ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਉੱਤੇ ਪੂਰਨ ਨਿਸ਼ਚਾ ਭਰੋਸਾ ਰੱਖ ਕੇ ਉਹਨੂੰ ਪਹਿਲਾਂ ਸੁਣੀਏ, ਪੜ੍ਹੀਏ। ਸੁਣਿਆ ਮੰਨਿਆ ਮਨ ਕੀਤਾ ਭਾਉ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ ਸਮਝਾਉਂਦੇ ਹਨ ਕਿ ਪਹਿਲਾਂ ਉਹਨੂੰ ਸੁਣੀਏ ਧਿਆਨ ਦੇ ਨਾਲ, ਫਿਰ ਉਸ ਨੂੰ ਮੰਨੀਏ, ਫਿਰ ਉਹਦੇ ਪ੍ਰਤੀ ਪ੍ਰੇਮ ਭਾਵ ਦੇ ਨਾਲ ਗੁਰੂ ਦਾ ਹੁਕਮ ਮੰਨ ਕੇ ਉਸ ਨੂੰ ਆਪਣੇ ਜੀਵਨ ਦੇ ਉੱਤੇ ਲਾਗੂ ਕਰੀਏ। ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ, ਮਾਫ ਕਰਨਾ, ਕਿ ਸਾਡਾ ਸਿਰਫ ਤੇ ਸਿਰਫ ਉਹਦੇ ਵਿੱਚ ਮੈਂ ਵੀ ਆ ਜਾਂਦਾ ਹਾਂ, ਸਾਰਿਆਂ ਦਾ ਵਿਖਾਵੇ ਦੇ ਉੱਤੇ ਜ਼ੋਰ ਹੈ। ਨਾ ਅਸੀਂ ਧਿਆਨ ਨਾਲ ਸੁਣ ਰਹੇ ਹਾਂ, ਨਾ ਅਸੀਂ ਮੰਨ ਰਹੇ ਹਾਂ, ਨਾ ਅਸੀਂ ਉਸ ਗੱਲ ਨੂੰ ਸ਼ਰਧਾ ਪ੍ਰੇਮ ਦੇ ਨਾਲ ਆਪਣੇ ਉੱਤੇ ਜੀਵਨ ਦੇ ਉੱਤੇ ਲਾਗੂ ਕਰ ਰਹੇ ਹਾਂ। ਸੋ ਗੁਰੂ ਪਿਆਰੀ, ਗੁਰੂ ਸਵਾਰੇ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੋ ਹੁਕਮਨਾਮਾ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਉਹ ਜੇ ਆਪਾਂ ਗੁਰੂ ਦਾ ਹੁਕਮ ਕਰਕੇ ਮੰਨ ਕੇ ਉਸ ਨੂੰ ਆਪਣੇ ਜੀਵਨ ਦੇ ਉੱਤੇ ਲਾਗੂ ਕਰੀਏ, ਹਰ ਰੋਜ਼ ਇੱਕ ਆਪਣੇ ਅੰਦਰੋਂ ਐਬ ਨੂੰ, ਗਲਤੀ ਨੂੰ ਮਤਲਬ ਕਿ ਦੂਰ ਕਰੀਏ, ਤਾਂ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਸਾਡੇ ਕੋਲੇ ਗਿਆਨ ਰੂਪੀ ਚਾਨਣ ਸੂਰਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਦਾ ਹੀ ਸਾਡੀ ਅਗਵਾਈ ਕਰ ਰਿਹਾ ਹੈ। ਲੋੜ ਹੈ ਤਾਂ ਸਾਨੂੰ ਉਸ ਚਾਨਣ ਦੇ ਵਿੱਚ ਤੁਰਨ ਦੀ ਲੋੜ ਹੈ। ਪਰ ਅਸੀਂ ਜਾਣਦੇ ਹੋਏ ਵੀ ਇਸ ਗੱਲ ਤੋਂ ਕੰਨੀ ਕਤਰਾ ਰਹੇ ਹਾਂ। ਤੇ ਭਗਤ ਜੀ ਮਹਾਰਾਜ ਅੱਜ ਦੇ ਪਾਵਨ ਸ਼ਬਦ ਦੀਆਂ ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਕਹਿ ਰਹੇ ਹਨ ਕਿ ਅੰਧਿਆਰੈ ਦੀਪਕ ਚਈਐ, ਇੱਕ ਬਸਤਾ ਗੋਚਰ ਲਈਐ। ਬਸਤਾ ਗੋਚਰ ਪਾਏ, ਘਟ ਦੀਪਕ ਰਹਾ ਸਮਾਈ। ਭਗਤ ਜੀ ਕਹਿੰਦੇ ਕਿ ਹਨੇਰੇ ਵਿੱਚ ਤਾਂ ਦੀਵੇ ਦੀ ਲੋੜ ਹੁੰਦੀ ਹੈ ਤਾਂ ਕਿ ਅੰਦਰੋਂ ਹਰ ਨਾਮ ਪਦਾਰਥ ਮਿਲ ਪਏ। ਤੇ ਸਾਡੇ ਵਾਸਤੇ ਅੰਧੇਰਾ ਕਿਹੜਾ ਹੈ? ਇਹ ਗਿਆਨਤਾ ਦਾ, ਨਾ ਸਮਝੀ ਦਾ ਹਨੇਰਾ ਹੈ। ਇਸ ਨਾ ਸਮਝੀ ਨੂੰ, ਇਹ ਗਿਆਨਤਾ ਨੂੰ ਦੂਰ ਕਰਨ ਵਾਸਤੇ ਸਾਨੂੰ ਸਤਿਗੁਰੂ ਦਾ ਗਿਆਨ ਰੂਪੀ ਚਾਨਣ ਤੋਂ ਮਦਦ ਲੈਣੀ ਪਵੇਗੀ। ਤੇ ਭਗਤ ਜੀ ਕਹਿੰਦੇ ਕਿ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸ ਹਰਨਾਮ ਪਦਾਰਥ ਨੂੰ ਮਿਲਣ ਵਾਸਤੇ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ, ਜਿਸ ਨਾਲ ਅੰਦਰ ਵਸਦਾ ਰੱਬ ਲੱਭ ਪਏ। ਤੇ ਜਿਸ ਮਨੁੱਖ ਨੂੰ ਉਹ ਅਪਹੁੰਚ ਹਰਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ਜੀ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੈ ਲੋਗ ਨ ਪਤੀਜੈ, ਨ ਪਤੀਜੈ ਤਉ ਕਿਆ ਕੀਜੈ। ਭਗਤ ਜੀ ਮਹਾਰਾਜ ਸ਼ਬਦ ਦੀਆਂ ਅੰਤਲੀਆਂ ਤੁਕਾਂ ਦੇ ਵਿੱਚ ਕਹਿ ਰਹੇ ਹਨ, ਕਹਿ ਕਬੀਰ ਅਬ ਜਾਣਿਆ। ਕਹਿ ਤੋਂ ਭਾਵ ਕਿ ਕਬੀਰ ਕਹਿੰਦਾ ਹੈ, ਅਬ ਤੋਂ ਭਾਵ ਹੁਣ, ਜਦੋਂ ਕਿ ਅਗੋਚਰ ਵਸਤ ਲੱਭ ਪਈ ਹੈ। ਜਾਣਿਆ ਭਾਵ ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ ਪਛਾਣ ਹੋ ਗਈ ਹੈ। ਅੱਗੇ ਕਹਿੰਦੇ ਕਿ ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨਿਆ ਭਾਵ ਕਿ ਮਨ ਮੰਨ ਗਿਆ ਹੈ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਜਬ ਜਾਣਿਆ ਤੋ ਮਨ ਮਾਨਿਆ,
मन मानै लोग न भतीजै, न भतीजै तो क्या कीजै। क्या कीजै भाव के की कीता जाए, कोई मुथाजी नहीं हुंदी। कबीर जी महाराज शब्द ਦੀਆਂ ਅੰਤਲੀਆਂ ਤੁਕਾਂ ਦੇ ਵਿੱਚ ਫਰਮਾਨ ਕਰਦੇ ਹਨ ਕਿ ਕਬੀਰ ਆਖਦਾ ਹੈ ਕਿ ਉਸ ਅਪਹੁੰਚ ਹਰ ਨਾਮ ਪਦਾਰਥ ਨਾਲ ਮੇਰੀ ਵੀ ਜਾਣ ਪਛਾਣ ਹੋ ਗਈ ਹੈ। ਜਦੋਂ ਤੋਂ ਜਾਣ ਪਛਾਣ ਹੋਈ ਹੈ ਤੇ ਮੇਰਾ ਮਨ ਉਸੇ ਵਿੱਚ ਹੀ ਪਰਚ ਗਿਆ ਹੈ। ਪਰ ਜਗਤ ਲੋੜਦਾ ਹੈ ਕਿ ਧਰਮ ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਤੇ ਇਸ਼ਨਾਨ। ਸੋ ਪਰਮਾਤਮਾ ਵਿੱਚ ਮਨ ਜੁੜਨ ਨਾਲ ਕਰਮਕਾਂਡੀ ਜਗਤ ਦੀ ਤਸੱਲੀ ਨਹੀਂ ਹੁੰਦੀ ਤੇ ਦੂਜੇ ਪਾਸੇ ਨਾਮ ਸਿਮਰਨ ਵਾਲੇ ਨੂੰ ਵੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਵੀ ਕਰਾਏ। ਤਾਂ ਹੀ ਇਹ ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ, ਜਿਵੇਂ ਕਿ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੋ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ, ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਭਾਵ ਹੈ ਕਿ ਜੋ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿੱਚ ਨਹੀਂ ਬਣਦੀ ਤਾਂ ਧਰਮ ਪੁਸਤਕਾਂ ਦੇ ਪਾਠ ਕਰਨ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਸਭ ਕੁਝ ਧਰਮ ਪੁਸਤਕਾਂ ਦੇ ਪਾਠ ਕਰਨ ਕਰਾਉਣ ਦਾ ਲਾਭ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉਸ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਸੁਧਾਰ ਕਰੀਏ, ਉਸ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲੀਏ ਤੇ ਜੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਪਾਵਨ ਗੁਰਬਾਣੀ ਦੇ ਵਿੱਚ ਸਮਝਾਉਂਦੇ ਹਨ, ਉਹਨਾਂ ਪਾਏ ਹੋਏ ਪੂਰਨਿਆਂ ਦੇ ਉੱਤੇ ਅਸੀਂ ਚੱਲ ਕੇ ਆਪਣੇ ਜੀਵਨ ਨੂੰ ਸਵਾਰੀਏ। ਲੋੜ ਹੈ ਸਾਨੂੰ ਇੱਕ ਵਾਰ ਸ਼ੁਰੂਆਤ ਕਰਨ ਦੀ, ਤੁਰਨ ਦੀ। ਜਦੋਂ ਅਸੀਂ ਤੁਰਾਂਗੇ ਆਪਣੇ ਆਪ ਸਾਨੂੰ ਰਸਤਾ ਮਿਲੇਗਾ। ਸਤਿਗੁਰੂ ਪਾਤਸ਼ਾਹ ਸਾਡੀ ਅਗਵਾਈ ਕਰਨਗੇ, ਸਾਡੇ ਜੀਵਨ ਨੂੰ ਸਵਾਰਨਗੇ, ਸਾਨੂੰ ਆਪਣੇ ਨਾਲ ਮਿਲਾਉਣਗੇ, ਕਿਉਂਕਿ ਸਤਿਗੁਰੂ ਪਾਤਸ਼ਾਹ ਹਮੇਸ਼ਾ ਹੀ ਸਿੱਖ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਲੋੜ ਹੈ ਇੱਕ ਬਸ ਕੋਸ਼ਿਸ਼ ਕਰਨ ਦੀ, ਸ਼ੁਰੂਆਤ ਕਰਨ ਦੀ। ਸੋ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ, ਇਹ ਪਾਠ ਕਰਨੇ ਕਰਾਉਣੇ ਜੇਕਰ ਅਸੀਂ ਉਸ ਸਤਿਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਨਹੀਂ ਸਵਾਰਨਾ ਤਾਂ ਫਿਰ ਇਹ ਸਿਰਫ ਤੇ ਸਿਰਫ ਲੋਕਾਚਾਰੀ ਰਹਿ ਜਾਂਦੇ ਹਨ। ਸੋ ਇਸ ਕਰਕੇ ਅਸੀਂ ਗੁਰੂ ਪਿਆਰਿਓ ਗੁਰੂ ਸਵਾਰਿਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਹੁਕਮ ਦੀ ਤਾਲੀਮ ਕਰਦਿਆਂ ਹੋਇਆਂ ਸਤਿਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਨਾ ਹੈ। ਪਰ ਮੇਰਾ ਜੋ ਫਰਜ਼ ਹੈ, ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ, ਜੋ ਮੇਰੀ ਡਿਊਟੀ ਹੈ, ਸਤਿਗੁਰੂ ਪਾਤਸ਼ਾਹ ਜੀ ਜੋ ਸਾਨੂੰ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕਰਦੇ ਉਸ ਦੀ ਵਿਚਾਰ ਕਰਕੇ ਦੱਸਣੀ। ਮੰਨਣਾ ਨਾ ਮੰਨਣਾ ਇਹ ਸੰਗਤ ਦੀ ਆਪਣੀ ਮਰਜ਼ੀ ਹੈ, ਕੋਈ ਕਿਸੇ ਤੇ ਜ਼ਬਰਦਸਤੀ ਨਹੀਂ, ਕਿਉਂਕਿ ਸਾਡਾ ਤਾਂ ਇਹ ਕਰਮ ਹੈ ਕਿ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਅਸੀਂ ਉਸ ਪਰਮੇਸ਼ਰ ਦੇ ਨਾਂ ਦੇ ਕੂਕਰ ਹਾਂ, ਉਹਦੇ ਨਾਮ ਦਾ ਹੋਕਾ ਦੇਣਾ ਸਾਡਾ ਫਰਜ਼ ਬਣਦਾ ਹੈ। ਕਿਸੇ ਦਾ ਮੰਨਣਾ ਨਾ ਮੰਨਣਾ ਉਹ ਆਪੋ ਆਪਣੀ ਮਰਜ਼ੀ ਹੈ। ਸੋ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ, ਵਿਚਾਰ ਕਰਦਿਆਂ ਕਈ ਵਾਰ ਗੁਰਬਾਣੀ ਦੇ ਵਿਚਾਰ ਕਰਦਿਆਂ ਕਿਸੇ
ਨੂੰ ਗੱਲ ਲੱਗ ਜਾਂਦੀ ਹੈ। ਸੋ ਸਾਰੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਚਾਹੁੰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਾ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨਾ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨਾ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸੋ ਸਾਰੀਆਂ ਸੰਗਤਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਾ। ਅੱਜ ਦੇ ਪਾਵਨ ਹੁਕਮਨਾਮੇ ਦੀ ਜੋ ਵਿਚਾਰ ਹੈ, ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਉੱਤੇ ਵਸਾਉਣ। ਸਤਿਗੁਰੂ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਸੋ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੇ ਉੱਤੇ ਕਿਰਪਾ ਕਰਨ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰੀਏ। ਰਾਮ